ਸਤਿ ਸ਼੍ਰੀ ਅਕਾਲ ਜੀ ਸਾਰੇ ਵਿਦਿਆਰਥੀ ਸਾਥੀਆਂ ਦਾ ਫਿਊਚਰ ਪੁਆਇੰਟ ਮੁਕਤਸਰ ਵਿੱਚ ਸਵਾਗਤ ਹੈ ਜੀ। ਪਿਆਰੇ ਵਿਦਿਆਰਥੀ ਸਾਥੀਓ, ਆਮ ਦੀ ਤਰ੍ਹਾਂ ਫਿਰ ਇੱਕ ਖਾਸ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਸਨਮੁਖ ਹਾਜ਼ਰ ਹੋਏ ਹਾਂ ਜੀ। ਮੈਂ ਡਾਕਟਰ ਨਰਿੰਦਰਪਾਲ ਸਿੰਘ ਤੁਹਾਡੇ ਮਿਹਨਤ ਦੇ ਇਹਨਾਂ ਦਿਨਾਂ ਦੇ ਵਿੱਚ ਤੁਹਾਡੀ ਮਿਹਨਤ ਨੂੰ ਸਾਥ ਦੇਣ ਲਈ ਫਿਊਚਰ ਪੁਆਇੰਟ ਮੁਕਤਸਰ ਵੱਲੋਂ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਸ਼ੁਰੂ ਕੀਤਾ ਹੈ। ਤੁਹਾਡੇ ਤੱਕ ਪਹੁੰਚ ਕਰਨ ਦਾ ਇੱਕ ਬਹੁਤ ਵਧੀਆ ਮਾਧਿਅਮ, ਔਨਲਾਈਨ ਮਾਧਿਅਮ। ਸੋ ਪਿਆਰੇ ਵਿਦਿਆਰਥੀ ਸਾਥੀਓ, ਪਿਆਰੇ ਬੱਚਿਓ, ਅਸੀਂ ਇਹਨਾਂ ਦਿਨਾਂ ਦੇ ਵਿੱਚ ਤੁਹਾਡੇ ਨਾਲ ਕੁਝ ਟੌਪਿਕ 'ਤੇ ਡਿਸਕਸ ਕਰ ਰਹੇ ਹਾਂ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਪੇਪਰ ਆ ਜਿਹੜੇ ਹੁਣ ਬਹੁਤ ਜਲਦੀ ਹੀ ਹੋਣ ਜਾ ਰਹੇ ਹੈ। ਜੇ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਸਾਡਾ ਵੀਡੀਓ ਦਾ ਪੇਪਰ ਵੀ ਬਹੁਤ ਜਲਦੀ ਹੋਣ ਜਾ ਰਿਹਾ ਹੈ। ਪੰਜਾਬ ਦੇ ਵਿੱਚ PSSS ਦਾ ਪੇਪਰ ਬਹੁਤ ਜਲਦੀ ਹੋਣ ਜਾ ਰਿਹਾ ਹੈ। ਪੰਜਾਬ ਦੇ ਵਿੱਚ ਜਿਹੜਾ ਲੈਕਚਰਰ ਕੇਡਰ ਦਾ ਪੇਪਰ ਹੈ ਬਹੁਤ ਜਲਦੀ ਹੋਣ ਜਾ ਰਿਹਾ ਹੈ। ਪੰਜਾਬ ਦੇ ਵਿੱਚ ਹੋਰ ਕਈ ਪ੍ਰਕਾਰ ਦੀਆਂ ਪੋਸਟਾਂ ਦੇ ਪੇਪਰ ਆ ਜਿਹੜੇ ਬਹੁਤ ਜਲਦੀ ਹੋਣ ਜਾ ਰਹੇ ਹੈ। ਉਹਨਾਂ ਪੋਸਟਾਂ ਨੂੰ, ਉਹਨਾਂ ਪੇਪਰਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਤੁਹਾਡੇ ਕੰਪੀਟੀਸ਼ਨ ਦੇ ਦੌਰ ਦੇ ਵਿੱਚ ਤੁਹਾਡੀ ਛੋਟੀ ਜਿਹੀ ਸਹਾਇਤਾ ਕਰਨ ਦੇ ਛੋਟੇ ਜਿਹੇ ਉਪਰਾਲੇ ਦੇ ਨਾਲ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਕੁਝ ਵੀਡੀਓਜ਼ ਦੀ ਲੜੀ। ਅੱਜ ਦੀ ਜਿਹੜੀ ਵੀਡੀਓ ਹੈ ਦੋਸਤੋ, ਇਹਦੇ ਵਿੱਚ ਅਸੀਂ ਇੱਕ ਬਹੁਤ ਵੱਡਾ ਸੁਤੰਤਰਤਾ ਸੰਗਰਾਮ ਪੜ੍ਹਨਾ ਹੈ। ਸੋ ਇਹ ਜਾਣਾ ਕਿੱਥੇ ਹੈ, ਇਹ ਕੰਮ ਕਿੱਥੇ ਆਉਣਾ ਹੈ, ਇਹ PS ਟੈਟ ਦੇ ਵਿੱਚ ਵੀ ਕੰਮ ਆਏਗਾ ਜੀ, ਇਹ PSSSB ਦੇ ਕਲਰਕਾਂ ਦੇ ਵਿੱਚ ਕੰਮ ਆਏਗਾ ਟੈਸਟ 'ਚ, ਇਹ ਸਾਡੇ ਕੋਲ ETT ਦਾ ਸੈਕਿੰਡ ਪੇਪਰ 5994 ਇਹ ਉੱਥੇ ਕੰਮ ਆਏਗਾ ਜੀ, ਪਟਵਾਰੀ ਦੀ ਸਰਕਾਰੀ ਨੌਕਰੀ ਦੇ ਟੈਸਟਾਂ ਦੇ ਵਿੱਚ ਕੰਮ ਆਏਗਾ। ਕਿਸੇ ਵੀ ਪ੍ਰਕਾਰ ਦੀ ਪੰਜਾਬ ਦੀ ਵਿਸ਼ੇਸ਼ ਤੌਰ 'ਤੇ ਤੁਸੀਂ ਜੋ ਵੀ ਸਰਕਾਰੀ ਨੌਕਰੀ ਦੇ ਵਿੱਚ ਅਪਲਾਈ ਕੀਤਾ ਹੈ ਅਤੇ ਜੇ ਉਹਦਾ ਕੋਈ ਟੈਸਟ ਹੋਣਾ ਅਤੇ ਉਸ ਟੈਸਟ ਦਾ ਜੇ ਹਿਸਟਰੀ ਪਾਰਟ ਹੈ ਜਾਂ GK ਪਾਰਟ ਹੈ ਤਾਂ ਸਮਝੋ ਦੋਸਤੋ ਇੱਥੋਂ ਕੋਈ ਨਾ ਕੋਈ ਕੁਐਸਚਨ ਸਾਡਾ ਪੱਕਾ ਪੇਪਰ ਦੇ ਵਿੱਚ ਆਏਗਾ। ਸੋ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਬਹੁਤ ਜ਼ਿਆਦਾ ਟੌਪਿਕ ਬਹੁਤ ਇੰਪੋਰਟੈਂਟ ਹੈ ਅਤੇ ਟੌਪਿਕ ਦੇ ਉੱਤੇ ਸਾਨੂੰ ਜਿਹੜਾ ਹੈਗਾ ਡਿਸਕਸ਼ਨ ਵੀ ਬਹੁਤ ਜ਼ਰੂਰੀ ਹੈ। ਸੋ ਟੌਪਿਕ ਦਾ ਨਾਮ ਹੈ ਜੀ 1857 ਕ੍ਰਾਂਤੀ ਦਾ ਵਿਦਰੋਹ। 1857 ਕ੍ਰਾਂਤੀ ਦਾ ਵਿਦਰੋਹ ਹੈ ਜਿਹੜਾ ਭਾਰਤੀ ਆਜ਼ਾਦੀ ਦਾ ਪਹਿਲਾ ਵਿਦਰੋਹ ਮੰਨਿਆ ਜਾਂਦਾ ਹੈ। ਇੱਥੋਂ ਤੱਕ ਇਹ ਮੰਨਿਆ ਜਾਂਦਾ ਕਿ ਜਿਹੜੀ ਭਾਰਤ ਦੀ ਆਜ਼ਾਦੀ ਸੰਗਰਾਮ ਦੀ ਜਿਹੜੀ ਪਹਿਲੀ ਲੜਾਈ ਸੀਗੀ, ਜੇ ਚੰਗਿਆੜੀ ਛੋਟੀ ਜਿਹੀ ਉੱਠੀ ਸੀਗੀ ਜਿਸ ਨੇ ਇੱਕ ਬਹੁਤ ਵੱਡੇ ਭਾਂਬੜ ਨੂੰ ਰੂਪ ਦਿੱਤਾ ਅਤੇ ਉਸ ਭਾਂਬੜ ਦੇ ਨਤੀਜੇ ਨਿਕਲੇ ਸੀ ਕਿ ਅਸੀਂ 1857 ਵਿਦਰੋਹ ਤੋਂ ਲੈ ਕੇ 1947 ਨੂੰ ਜਾ ਕੇ ਆਜ਼ਾਦ ਹੋਏ ਹਾਂ। ਹੋਇਆ ਕੀ ਸੀਗਾ ਕਿ ਵਿਦਰੋਹ ਸੀ ਜਿਹੜਾ ਇੱਕ ਬਹੁਤ ਹੀ ਛੋਟੀ ਜਿਹੀ ਇੱਕ ਆਰਮੀ ਦੀ ਸੈਨਾ ਦੀ ਜਿਹੜੀ ਸੀਗੀ ਛਾਉਣੀ ਸੀਗੀ, ਉੱਥੋਂ ਇਹ ਵਿਦਰੋਹ ਉੱਠਿਆ ਸੀਗਾ। ਇਹ ਵਿਦਰੋਹ 10 ਮਈ 1857 ਨੂੰ ਸ਼ੁਰੂ ਹੋਇਆ ਸੀ, ਪਰ ਇਸ ਵਿਦਰੋਹ ਦੀ ਜਿਹੜੀ ਮਿੱਥੀ ਹੋਈ ਡੇਟ ਸੀ ਰਾਜੇ ਉਹ 31 ਮਈ ਸੀਗੀ। 31 ਮਈ 1857 ਸਮੇਂ ਤੋਂ ਪਹਿਲਾਂ ਵਿਦਰੋਹ ਸ਼ੁਰੂ ਹੋ ਗਿਆ ਸੀਗਾ। ਸਭ ਤੋਂ ਵੱਡਾ ਕਾਰਨ ਤਾਂ ਇਹ ਬਣ ਗਿਆ ਸੀ ਵਿਦਰੋਹ ਦਾ ਕਿ ਵਿਦਰੋਹ ਜਿਹੜਾ ਸਮੇਂ ਤੋਂ ਪਹਿਲਾਂ ਸ਼ੁਰੂ ਹੋਇਆ ਸੀਗਾ। ਇਸ ਵਿਦਰੋਹ ਦੇ ਵਿੱਚ ਕੁਝ ਕਾਰਨ ਹੋਰ ਵੀ ਬਣ ਗਏ ਜਿਹੜੇ ਕਾਰਨਾਂ ਕਰਕੇ ਵਿਦਰੋਹ ਜਿਹੜਾ ਹੈਗਾ ਉੱਭਰ ਕੇ ਬਾਹਰ ਆਇਆ। ਜੇ ਆਪਾਂ ਵਿਦਰੋਹ ਦੇ ਕਾਰਨਾਂ ਦੀ ਗੱਲ ਕਰੀਏ ਨਾ ਤਾਂ ਕਾਰਨ ਸਭ ਤੋਂ ਪਹਿਲਾਂ ਸਾਨੂੰ ਉਦੋਂ ਦਾ ਧਾਰਮਿਕ ਕਾਰਨ ਬਹੁਤ ਇੰਪੋਰਟੈਂਟ ਹੈ। ਤਾਂ ਅੰਗਰੇਜ਼ਾਂ ਦੇ ਦੁਆਰਾ ਨਾ ਭਾਰਤ ਦੇ ਵਿੱਚ ਈਸਾਈ ਧਰਮ ਦਾ ਜਿਹੜਾ ਪ੍ਰਚਾਰ ਸੀਗਾ, ਜਿਹੜਾ ਈਸਾਈ ਮਸ਼ੀਨਰੀ ਦਾ ਪ੍ਰਚਾਰ ਸੀਗਾ, ਅੰਗਰੇਜ਼ਾਂ ਨੇ ਆਪ ਦਾ ਪ੍ਰਚਾਰ ਕਰਨਾ ਸ਼ੁਰੂ ਕਰਤਾ ਸੀਗਾ। ਦੂਸਰਾ ਕਾਰਨ ਬਣ ਗਿਆ ਸਮਾਜਿਕ ਕਾਰਨ, ਕਿਉਂਕਿ ਇਸ ਦੇ ਆਸਪੈਕਟ ਨੂੰ ਜੇ ਧਿਆਨ ਨਾਲ ਦੇਖੀਏ ਤਾਂ ਸੋਸ਼ਲੀ ਆਸਪੈਕਟ ਤੋਂ ਧਿਆਨ ਦੇਖੀਏ ਤਾਂ ਉੱਥੇ ਸਾਡੇ ਕੋਲ ਇਹਦਾ ਸਮਾਜਿਕ ਆਸਪੈਕਟ ਦੇ ਵਿੱਚ ਇੱਕ ਬਹੁਤ ਵੱਡੇ ਸਾਡੇ 3 ਪੁਆਇੰਟ ਜਿਹੜੇ 4 ਉੱਭਰ ਕੇ ਬਾਹਰ ਆਉਂਦੇ ਆ। ਪਹਿਲਾ ਸੀਗਾ ਕਿ ਸਤੀ ਪ੍ਰਥਾ ਦੇ ਰੋਗ। ਹੁੰਦਾ ਕੀ ਸੀ ਰਾਜੇ ਕਿ ਇਹਨਾਂ ਦੇ ਸਮੇਂ ਦੇ ਵਿੱਚ ਜਿਸ ਔਰਤ ਦਾ ਪਤੀ ਜੇ ਉਸ ਤੋਂ ਔਰਤ ਤੋਂ ਪਹਿਲਾਂ ਮਰ ਜਾਂਦਾ ਸੀ ਅਤੇ ਔਰਤ ਨੂੰ ਉਸ ਪਤੀ ਦੇ ਨਾਲ ਜਿੰਦਾ ਸਾੜ ਦਿੱਤਾ ਜਾਂਦਾ ਸੀ, ਸਤੀ ਪ੍ਰਥਾ ਹੁੰਦੀ ਸੀ। ਤਾਂ ਭਾਰਤੀ ਲੋਕ ਜਿਹੜੇ 1857 ਦੇ ਇਰਦ ਗਿਰਦ ਜਿਹੜੇ ਲੋਕ ਰਹਿੰਦੇ ਹੁੰਦੇ ਸੀ ਉਸ ਸੰਨ ਦੇ ਵਿੱਚ ਸੀਗੇ, ਤਾਂ ਉਹ ਲੋਕ ਇਹ ਸਮਝਦੇ ਸੀ ਕਿ ਇਹ ਇਹਨਾਂ ਦਾ ਇੱਕ ਧਾਰਮਿਕ ਕਾਰਨ ਹੈ ਵੀ ਅਸੀਂ ਜੇ ਸਾਡਾ ਇੱਕ ਮਰਦ ਮਰ ਗਿਆ ਤਾਂ ਉਸ ਮਰਦ ਦੇ ਮਰਨ ਤੋਂ ਬਾਅਦ ਉਸ ਔਰਤ ਨੂੰ ਉਸ ਮਰਦ ਦੇ ਨਾਲ ਉਸਦੇ ਪਤੀ ਦੇ ਨਾਲ ਜਿੰਦਾ ਸਾੜ ਦਿੱਤਾ ਨਾ, ਇਹ ਇੱਕ ਕੋਈ ਧਾਰਮਿਕ ਕਾਰਨ ਹੈ ਸਾਡਾ। ਤਾਂ ਜਦੋਂ ਅੰਗਰੇਜ਼ਾਂ ਨੂੰ ਲੱਗਿਆ ਕਿ ਵੀ ਇੱਕ ਵਿਅਕਤੀ ਜਿਹੜਾ ਹੈਗਾ, ਇੱਕ ਤਾਂ ਦੇਖੋ ਨੈਚੁਰਲੀ ਡੈਥ ਨਾਲ ਮਰ ਗਿਆ, ਇੱਕ ਵਿਅਕਤੀ ਨੂੰ ਧੱਕੇ ਨਾਲ ਅੱਗ ਨਾਲ ਸਾੜ ਕੇ ਮਾਰਿਆ ਜਾ ਰਿਹਾ, ਤਾਂ ਉਹਨਾਂ ਨੂੰ ਲੱਗਿਆ ਕਿ ਇਹ ਬਹੁਤ ਵੱਡਾ ਮਨੁੱਖਤਾ ਦਾ ਕਾਣ ਹੋ ਰਿਹਾ। ਉਹਨਾਂ ਨੇ ਇਸ ਦੇ ਉੱਤੇ ਰੋਕ ਲਾਈ ਅਤੇ ਲੋਕਾਂ ਨੂੰ ਇਹ ਲੱਗਿਆ ਕਿ ਇਹ ਜਿਹੜੀ ਸਾਡੀ ਰੋਕ ਹੈ, ਜਿਹੜਾ ਸਾਡਾ ਧਾਰਮਿਕ ਕਾਰਨ ਹੈ, ਜਿਹੜੀ ਸਾਡੀ ਰੀਤੀ ਰਿਵਾਜ ਹੈ, ਜਿਹੜੀ ਸਤੀ ਮਾਤਾ ਦੀ ਪੂਜਾ ਕਰਦੇ ਆ, ਤਾਂ ਉਹ ਸਾਨੂੰ ਜਿਹੜੀ ਹੈਗੀ ਆ ਉਹ ਸਾਡੇ ਕੰਮ ਨੂੰ ਰੋਕਦੇ ਹੈ। ਤਾਂ ਜੋ ਅੰਗਰੇਜ਼ਾਂ ਨੂੰ ਤਾਂ ਉਹਨਾਂ ਨੇ ਤਾਂ ਮਨੁੱਖ ਨੂੰ ਇੰਪੋਰਟੈਂਸ ਦਿੱਤੀ, ਮਾਨਵਵਾਦ ਨੂੰ ਇੰਪੋਰਟੈਂਸ ਦਿੱਤੀ, ਪਰ ਸਾਡੇ ਉਸ ਸਮੇਂ ਦੇ ਧਾਰਮਿਕ ਕਾਰਨ ਦੇ ਵਿੱਚ ਸਤੀ ਨੂੰ ਇੰਪੋਰਟੈਂਸ ਦਿੱਤੀ ਜਾਂਦੀ ਸੀ। ਸਭ ਤੋਂ ਵੱਡਾ ਕਾਰਨ ਸੀਗਾ ਸਤੀ ਪ੍ਰਥਾ ਦੇ ਉੱਤੇ ਰੋਕ ਲਾਉਣਾ। ਭਾਰਤੀਆਂ ਦੇ ਰੀਤੀ ਰਿਵਾਜਾਂ ਦੇ ਵਿੱਚ ਪਰਿਵਰਤਨ ਕਰਨਾ ਸ਼ੁਰੂ ਹੋ ਗਿਆ। ਸੋ ਭਾਰਤੀਆਂ ਨੂੰ ਲੱਗਾ ਕਿ ਸਾਡੇ ਜਿਹੜੇ ਧਰਮ ਦੇ ਨਾਲ ਛੇੜਛਾੜ ਕਰਦੇ ਆ। ਦੂਸਰਾ ਜਿਹੜਾ ਹੈਗਾ ਸਾਡੇ ਸਮਾਜ ਦੇ ਵਿੱਚ ਇੱਕ ਇਹ ਚੱਲਦਾ ਹੁੰਦਾ ਸੀ ਕਿ ਬਾਲ ਵਿਆਹ ਹੁੰਦੇ ਸੀਗੇ, ਛੋਟੀ ਉਮਰ ਦੇ ਵਿੱਚ ਵਿਆਹ ਕਰ ਦਿੱਤੇ ਜਾਂਦੇ ਸੀਗੇ। ਅੰਗਰੇਜ਼ਾਂ ਨੂੰ ਲੱਗਿਆ ਕਿ ਵੀ ਇਹ ਜਿਹੜੇ ਛੋਟੀ ਉਮਰ ਦੇ ਵਿੱਚ ਵਿਆਹ ਕਰ ਦਿੱਤੇ ਜਾਂਦੇ ਹਨ, ਸਭ ਤੋਂ ਵੱਡਾ ਕਾਰਨ ਤਾਂ ਜਿਹੜੀ ਡੈਥ ਰੇਸ਼ੋ ਦਾ ਇਹ ਹੀ ਹੈ।
ਤਾਂ ਜੋ ਕੀ ਸੀਗਾ ਕਿ ਉਹਨਾਂ ਨੇ ਬਾਲ ਵਿਆਹ ਨੂੰ ਉਹਨਾਂ ਨੇ ਰੋਕਣਾ ਸ਼ੁਰੂ ਕਰ ਦਿੱਤਾ। ਤਾਂ ਸਾਡੇ ਲੋਕਾਂ ਨੂੰ ਇਹ ਲੱਗਾ ਕਿ ਜਿਹੜਾ ਸਮਾਜਿਕ ਕਾਰਨ ਆ ਸਾਡਾ, ਇਹਦੇ ਵਿੱਚ ਜਿਹੜੇ ਬ੍ਰਿਟਿਸ਼ ਲੋਕ ਨੇ, ਜਿਹੜੇ ਲੋਕ ਅੰਗਰੇਜ਼ ਲੋਕ ਆਏ ਨੇ, ਇਹ ਸਾਡੇ ਸਮਾਜਿਕ ਕਾਰਨ ਦੇ ਵਿੱਚ ਡਿਸਟਰਬੈਂਸ ਪੈਦਾ ਕਰਦੇ, ਜਿਹਦੇ ਕਰਕੇ ਸਾਨੂੰ ਇਹਨਾਂ ਦਾ ਵਿਦਰੋਹ ਦੇ ਵਿੱਚ ਹੋਣਾ ਪਿਆ। ਦੂਸਰਾ ਗੱਲ ਬਣ ਗਿਆ ਰਾਜਨੀਤਿਕ ਕਾਰਨ। ਭਾਰਤੀਆਂ ਨੂੰ ਨਾ ਉੱਚੇ ਅਹੁਦੇ ਨਹੀਂ ਦਿੱਤੇ ਜਾਂਦੇ ਸੀ। ਜਿੰਨੀਆਂ ਵੀ ਭਾਰਤੀਆਂ ਦੀਆਂ ਪੋਸਟਾਂ ਸੀਗੀਆਂ, ਜੋ ਵੀ ਉੱਥੇ ਅੰਗਰੇਜ਼ ਪੋਸਟ ਕ੍ਰੀਏਟ ਕਰਦੇ ਸੀ ਜਾਂ ਜੋ ਕੰਮ ਕਰਦੇ ਸੀਗੇ, ਅਤੇ ਉਹਦੇ ਵਿੱਚ ਨਾ ਭਾਰਤੀਆਂ ਨੂੰ ਕੋਈ ਐਡਾ ਉੱਚਾ ਡੈਜ਼ਿਗਨੇਸ਼ਨ ਜਾਂ ਇੱਕ ਉੱਚਾ ਅਹੁਦਾ ਨਹੀਂ ਦਿੰਦੇ ਸੀਗੇ। ਉਹ ਵੀ ਇੱਕ ਕਾਰਨ ਬਣ ਗਿਆ। ਫਿਰ ਨਾ ਸਾਡੇ ਕੋਲੇ ਲਾਰਡ ਡਲਹੌਜ਼ੀ ਸੀ, ਜਿਹੜੇ ਉਹ ਇੱਕ ਪੋਲਿਸੀ ਲੈ ਕੇ ਆਏ ਸੀ, ਡਾਕਟਰਨ ਪੋਲਿਸੀ ਲੈ ਕੇ ਆਏ ਸੀਗੇ, ਜਿਹਨੂੰ ਲੈਪਸ ਦੀ ਨੀਤੀ ਬੋਲਦੇ ਸੀਗੇ। ਉਹਦਾ ਮਤਲਬ ਇਹ ਸੀਗਾ ਕਿ ਜਿਹੜੇ ਰਾਜੇ ਜਾਂ ਰਾਜ ਘਰਾਣੇ ਜਾਂ ਜ਼ਿਮੀਂਦਾਰ, ਤਾਂ ਜਿਨ੍ਹਾਂ ਦੇ ਕੋਈ ਪਰਿਵਾਰ ਦੇ ਵਿੱਚ ਉਹਨਾਂ ਦਾ ਬੇਟਾ ਨਹੀਂ ਹੈਗਾ, ਮਤਲਬ ਉਹਨਾਂ ਦਾ ਵਾਰਿਸ ਨਹੀਂ ਹੈਗਾ, ਅਤੇ ਜੇਕਰ ਉਹ ਅਜਿਹਾ ਕੋਈ ਪਰਿਵਾਰ ਹੈ ਅਤੇ ਉਸ ਪਰਿਵਾਰ ਦਾ ਕੋਈ ਵਾਰਿਸ ਨਹੀਂ ਹੈਗਾ, ਤਾਂ ਉਸ ਦੀ ਰਾਜੇ ਦੀ ਮੌਤ ਤੋਂ ਬਾਅਦ ਉਸ ਦਾ ਜਿਹੜਾ ਸਾਰਾ ਸਾਮਰਾਜ ਸੀਗਾ, ਉਹ ਸਾਰੇ ਦਾ ਸਾਰਾ ਸਾਮਰਾਜ ਅੰਗਰੇਜ਼ੀ ਸਾਮਰਾਜ ਦੇ ਵਿੱਚ ਮਿਲਾ ਲਿਆ ਜਾਂਦਾ। ਇਹ ਵੀ ਕਾਰਨ ਬਣ ਗਿਆ। ਨੇਪਰੇ ਫਿਰ ਸਾਡੇ ਕੋਲ ਆਇਆ ਜੀ, ਅੰਗਰੇਜ਼ ਸਾਮਰਾਜ ਵਿੱਚ ਜਿਹੜੇ ਸੀਗੇ, ਅੰਗਰੇਜ਼ਾਂ ਨੇ ਜਿਹੜੇ ਲੋਕ ਸੀ ਰੱਖੇ ਹੋਏ, ਨੌਕਰੀਆਂ 'ਤੇ ਰੱਖੇ ਸੀ, ਉਹਨਾਂ ਨੂੰ ਤਨਖਾਹ ਘੱਟ ਦਿੰਦੇ ਸੀਗੇ। ਫਿਰ ਉਸ ਤੋਂ ਬਾਅਦ ਜੇ ਆਰਥਿਕ ਪੱਖ ਤੋਂ ਦੇਖੀਏ ਤਾਂ ਸਾਡੇ ਕੋਲੋਂ ਹੀ ਕੱਚਾ ਮਾਲ ਖਰੀਦਦੇ ਸੀਗੇ। ਕੱਚਾ ਮਾਲ ਸਾਡੇ ਤੋਂ ਘੱਟ ਰੇਟ 'ਤੇ ਖਰੀਦਦੇ ਸੀਗੇ। ਘੱਟ ਰੇਟ 'ਤੇ ਖਰੀਦ ਕੇ ਆਪਣੇ ਦੇਸ਼ 'ਚੋਂ ਮਾਲ ਨੂੰ ਤਿਆਰ ਕਰਕੇ ਲਿਆ ਕੇ ਮੰਡੀ ਕਿਹੜੀ ਸੀ? ਭਾਰਤ ਦੇ ਵਿੱਚ ਵੇਚਦੇ ਸੀਗੇ। ਤਾਂ ਸਾਡੀ ਆਰਥਿਕਤਾ ਦੇ ਤੌਰ 'ਤੇ ਵੀ ਸਾਡੀ ਲੁੱਟ ਖਸੁੱਟ ਹੋ ਰਹੀ ਸੀਗੀ। ਫਿਰ ਆਇਆ ਜੀ ਤਤਕਾਲੀ ਕਾਰਨ, ਜਿਹੜਾ ਮੇਜਰ ਕਾਰਨ ਬਣਿਆ, ਜਿਹੜੇ ਵਿਦਰੋਹ ਦਾ ਇੰਪੋਰਟੈਂਟ ਕਾਰਨ ਸੀਗਾ। ਤਤਕਾਲੀ ਕਾਰਨ ਕਿ ਜਿਹੜਾ ਉਸ ਸਮੇਂ ਦੇ ਮੌਕੇ ਦੇ ਅਨੁਸਾਰ ਜਿਹੜੀ ਘਟਨਾ ਘਟੀ, ਉਹਦੇ ਵਿੱਚ ਸਾਡੇ ਕੋਲ ਜਿਹੜਾ ਮੇਜਰ ਕਾਰਨ ਬਣਿਆ, ਉਹ ਬਣਿਆ ਸਾਡਾ ਚਰਬੀ ਵਾਲਾ ਕਾਰਤੂਸ। ਹੋਇਆ ਕੀ ਕਿ ਰਾਜੇ, ਅੰਗਰੇਜ਼ ਸਰਕਾਰ ਨੇ ਜਿਹੜੀ ਆਪਣੀ ਅੰਗਰੇਜ਼ ਸੈਨਾ ਦੇ ਲਈ ਸੀਗੀ, ਉਹਨਾਂ ਦੇ ਲਈ ਉਹਨਾਂ ਨੇ ਇੱਕ ਗਨ ਮੁਹੱਈਆ ਕਰਵਾਈ। ਐਨਫੀਲਡ ਨਾਮ ਦੀ ਗਨ ਸੀਗੀ। ਉਹਨਾਂ ਨੇ ਉਹ ਗਨ ਮੁਹੱਈਆ ਕਰਵਾਈ। ਉਹ ਗਨ ਦੇ ਵਿੱਚ ਜਦੋਂ ਬਰੂਦ ਪੈਂਦਾ ਸੀ ਨਾ, ਤਾਂ ਬਰੂਦ ਨੂੰ ਜਿਹੜਾ ਕਾਰਤੂਸ ਸੀ, ਗੋਲੀ ਵਾਲਾ ਕਾਰਤੂਸ ਜਿਹੜਾ ਆਪਾਂ ਕਹਿੰਦੇ ਆ, ਉਹ ਕਾਰਤੂਸ ਨੂੰ ਮੂੰਹ ਨਾਲ ਖੋਲ੍ਹਣਾ ਪੈਂਦਾ ਸੀਗਾ, ਅਤੇ ਜਿਹੜਾ ਕਾਰਤੂਸ ਦੇ ਵਿੱਚ ਬਰੂਦ ਭਰਿਆ ਸੀ, ਉਹ ਗਨ ਦੇ ਵਿੱਚ ਭਰਨਾ ਪੈਂਦਾ ਸੀਗਾ। ਤਾਂ ਕਾਰਤੂਸ ਨੂੰ ਖੋਲ੍ਹਣ ਤੋਂ ਪਹਿਲਾਂ ਉਹਨੂੰ ਮੂੰਹ 'ਚ ਪਾਉਣਾ ਪੈਂਦਾ ਸੀ, ਅਤੇ ਉਹ ਜਿਹੜਾ ਕਾਰਤੂਸ ਦੇ ਉੱਤੇ ਢੱਕਣ ਲੱਗਿਆ ਸੀਗਾ, ਜਾਂ ਜਿਹੜਾ ਕਵਰ ਲੱਗਿਆ ਸੀਗਾ, ਜਾਂ ਜਿਹੜਾ ਉਹਨੂੰ ਕਵਰ ਕੀਤਾ ਹੋਇਆ ਸੀਗਾ, ਜਾਂ ਉਹਦੇ 'ਤੇ ਨਿੱਪਲ ਜਿਹੜਾ ਲੱਗਿਆ ਸੀਗਾ, ਉਹ ਚਰਬੀ ਦਾ ਬਣਿਆ ਸੀਗਾ। ਉਹ ਜਾਂ ਤਾਂ ਗਾਂ ਦੀ ਚਰਬੀ ਸੀ ਜਾਂ ਸੂਰ ਦੀ ਚਰਬੀ ਸੀ। ਹੋਇਆ ਕੀ ਕਿ ਸੈਨਾ ਦੇ ਵਿੱਚ ਸੀਗੇ ਇਸਲਾਮ ਧਰਮ ਦੇ ਲੋਕ ਵੀ ਸੀਗੇ, ਸੈਨਾ ਦੇ ਵਿੱਚ ਹਿੰਦੂ ਲੋਕ ਵੀ ਸੀਗੇ। ਤਾਂ ਜਦੋਂ ਇਹਨਾਂ ਲੋਕਾਂ ਨੂੰ ਪਤਾ ਲੱਗਿਆ ਕਿ ਇਸ ਤਰ੍ਹਾਂ ਦੀ ਚਰਬੀ ਵਾਲਾ ਕਾਰਤੂਸ ਆ, ਉਹਨੂੰ ਇਸ ਤਰੀਕੇ ਦੇ ਨਾਲ ਮੂੰਹ ਨਾਲ ਖੋਲ੍ਹਣਾ ਪੈਂਦਾ, ਉਹਨੂੰ ਚਲਾਉਣ ਤੋਂ ਪਹਿਲਾਂ ਮੂੰਹ 'ਚ ਪਾ ਕੇ ਉਹ ਚਰਬੀ ਕੱਢਣੀ ਪੈਂਦੀ ਹੈ, ਤਾਂ ਉਹਨਾਂ ਲੋਕਾਂ ਨੇ ਉਸ ਕਾਰਤੂਸ ਨੂੰ ਚਲਾਉਣ ਤੋਂ ਮਨ੍ਹਾ ਕਰ ਦਿੱਤਾ। ਜਦੋਂ ਮਨ੍ਹਾ ਕਰਤਾ ਤਾਂ ਅੰਗਰੇਜ਼ਾਂ ਨੂੰ ਲੱਗਿਆ ਕਿ ਇਹ ਸਾਡੇ ਅਗੇਂਸਟ ਹੋ ਰਹੇ ਆ। ਜਦੋਂ ਉਹਨਾਂ ਨੇ ਕਿਹਾ ਵੀ ਅਸੀਂ ਇਹ ਕਾਰਤੂਸ ਨਹੀਂ ਚਲਾਉਣਾ, ਤੁਸੀਂ ਸਾਨੂੰ ਇਹ ਗਨ ਚੇਂਜ ਕਰ ਦਿਓ, ਇਹ ਕਾਰਤੂਸ ਨਹੀਂ ਅਸੀਂ ਚਲਾਉਣਾਗਾ, ਉਹਨਾਂ ਨੂੰ ਅੰਗਰੇਜ਼ਾਂ ਨੂੰ ਇਹ ਲੱਗਿਆ ਕਿ ਇਹ ਸਾਡੇ ਹੁਣ ਬਗਾਵਤ ਕਰਨਗੇ। ਤਾਂ ਹੋਇਆ ਵੀ ਇਸ ਤਰ੍ਹਾਂ ਹੀ। 29 ਮਾਰਚ 1857 ਨੂੰ ਮੰਗਲ ਪਾਂਡੇ ਨੇ ਜਿਹੜਾ ਚਰਬੀ ਵਾਲਾ ਕਾਰਤੂਸ ਚਲਾਉਣ ਤੋਂ ਮਨ੍ਹਾ ਕਰ ਦਿੱਤਾ। ਤਾਂ ਮੰਗਲ ਪਾਂਡਾ ਜਿਹੜੇ ਸੀ, ਜਿਹੜੇ ਇਹ ਜਾਤ ਦੇ ਬ੍ਰਾਹਮਣ ਸੀਗੇ, ਬੈਰੰਗਪੁਰ ਛਾਉਣੀ ਸੀ, 34ਵੀਂ ਨੇਟਿਵ ਇਨਫੈਂਟਰੀ ਸੀ ਇਹਨਾਂ ਦੀ। ਬਹੁਤ ਸਾਰੇ ਪੇਪਰਾਂ ਦੇ ਵਿੱਚ ਇਹ ਕੁਐਸਚਨ ਹੈ ਵੀ ਮੰਗਲ ਪਾਂਡੇ ਕਿਹੜੀ ਸੈਨਾ ਨਾਲ ਸੰਬੰਧਿਤ ਸੀਗਾ। ਤਾਂ ਮੰਗਲ ਪਾਂਡੇ 34ਵੀਂ ਨੇਟਿਵ ਇਨਫੈਂਟਰੀ ਦਾ ਸੈਨਿਕ ਸੀਗਾ। ਇਹ ਪੈਦਲ ਚੱਲਣ ਵਾਲੇ ਸੈਨਿਕਾਂ ਦੇ ਵਿੱਚ ਸੀਗਾ। ਤਾਂ ਮੰਗਲ ਪਾਂਡੇ ਨੇ ਜਦੋਂ ਵਿਰੋਧ ਕਰਤਾ, ਤਾਂ ਮੰਗਲ ਪਾਂਡੇ ਨੇ ਨਾ ਵੌਕ ਦੀ ਹੱਤਿਆ ਕਰਤੀ। ਇੱਕ ਅੰਗਰੇਜ਼ ਸੀਗਾ, ਉਸ ਦਾ ਨਾਮ ਵੌਕ ਹੈ, ਉਸ ਦੀ ਹੱਤਿਆ ਕਰਤੀ। ਜਿਹੜਾ ਫਿਨਿਸ਼ ਸੀਗਾ, ਉਸ ਨੂੰ ਤਲਵਾਰ ਮਾਰ ਕੇ ਉਹਦੀ ਹੱਤਿਆ ਕਰਤੀ। ਤਾਂ 29 ਮਾਰਚ ਨੂੰ ਮੰਗਲ ਪਾਂਡੇ ਨੂੰ ਇਸ ਹੱਤਿਆ ਦੇ ਵਿਰੋਧ ਦੇ ਵਿੱਚ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕਰਨ ਤੋਂ ਬਾਅਦ 8 ਅਪ੍ਰੈਲ 1857 ਨੂੰ ਮੰਗਲ ਪਾਂਡੇ ਨੂੰ ਫਾਂਸੀ ਦਿੱਤੀ ਗਈ। ਹੁਣ ਦੇਖੋ ਸਾਡੇ ਕੋਲ ਇੱਕ ਕੁਐਸਚਨ ਕ੍ਰੀਏਟ ਹੋ ਗਿਆ ਕਿ 1857 ਕ੍ਰਾਂਤੀ ਵਿਦਰੋਹ ਦਾ ਪਹਿਲਾ ਸ਼ਹੀਦ ਕੌਣ ਸੀ? ਤਾਂ ਪਹਿਲਾ ਸ਼ਹੀਦ ਸਾਡੇ ਕੋਲ ਹੁਣ ਮੰਗਲ ਪਾਂਡੇ ਹੈ। 1857 ਕ੍ਰਾਂਤੀ ਵਿਦਰੋਹ ਦਾ ਪਹਿਲਾ ਸ਼ਹੀਦ ਕੌਣ ਹੈ ਜੀ? ਮੰਗਲ ਪਾਂਡੇ। ਅੱਛਾ, ਹੋਰ ਮਹੱਤਵਪੂਰਨ ਤੱਤ ਸੀ ਜਿਹੜੇ ਇਹਦੇ ਨਾਲ ਜੁੜੇ ਹੋਏ ਆ। 1857 ਕ੍ਰਾਂਤੀ ਦਾ ਪਹਿਲਾ ਸ਼ਹੀਦ ਮੰਗਲ ਪਾਂਡੇ ਹੋ ਗਿਆ। 1857 ਕ੍ਰਾਂਤੀ ਦੇ ਵਿੱਚ ਇੱਕ ਮਤਲਬ ਕਿ ਹੈੱਡ ਘੋਸ਼ਿਤ ਕੀਤਾ ਗਿਆ ਸੀਗਾ ਵੀ ਜਿਹੜਾ ਵਿਦਰੋਹ ਲੜਾਂਗੇ ਉਹਦਾ ਨੋਮੀਨਲ ਹੈੱਡ ਕੌਣ ਬਣੂਗਾ। ਤਾਂ ਉਦੋਂ ਨੋਮੀਨਲੀ ਹੈੱਡ ਅਨਾਊਂਸਮੈਂਟ ਕਰ ਦਿੱਤਾ ਗਿਆ ਸੀ ਬਰਖਤ ਖਾਨ ਦੇ ਦੁਆਰਾ ਬਹਾਦਰ ਸ਼ਾਹ ਜ਼ਫਰ ਨੂੰ, ਕਿਉਂਕਿ ਬਹੁਤ ਸਾਰੇ ਜਿਹੜੇ ਲੋਕ ਸੀਗੇ ਉਹ ਇਹ ਚਾਹੁੰਦੇ ਸੀਗੇ ਕਿ ਸਾਡਾ ਮੁਗਲ ਸਾਮਰਾਜ, ਸਾਡਾ ਸਾਮਰਾਜ ਜਿਹੜਾ ਸਾਡਾ ਰਾਜਾ ਹੈ, ਉਹ ਸਾਡੇ ਹੱਕ ਦੇ ਵਿੱਚ ਹੋ ਕੇ ਅੰਗਰੇਜ਼ਾਂ ਦੇ ਖਿਲਾਫ ਲੜੇ। ਪਰ ਬਹਾਦਰ ਸ਼ਾਹ ਜ਼ਫਰ ਸੀ ਨਾ ਰਾਜੇ, ਉਸ ਸਮੇਂ ਬਹੁਤ ਹੀ ਬਿਰਧ ਅਵਸਥਾ ਦੇ ਵਿੱਚ ਸੀਗੇ, ਅਤੇ ਉਹ ਖੁਦ ਮਹਿਸੂਸ ਕਰ ਰਹੇ ਸੀਗੇ ਕਿ ਆਪਾਂ ਲੜਾਈ ਨਹੀਂ ਲੜ ਸਕਦੇ।
ਪਰ ਬਰਖਤ ਖਾਨ ਸੀ ਜਿਹੜੇ ਉਹਨਾਂ ਨੇ ਉਹਨਾਂ ਨੂੰ ਬਹੁਤ ਅੱਛੇ ਤਰੀਕੇ ਨਾਲ ਮੋਟੀਵੇਟ ਕੀਤਾ ਤੇ ਬਹੁਤ ਹੀ ਅੱਛੇ ਤਰੀਕੇ ਨਾਲ ਉਹਨਾਂ ਨੂੰ ਸਮਝਾਇਆ ਗਿਆ, ਦੱਸਿਆ ਗਿਆ ਕਿ ਤੁਸੀਂ ਹੀ ਇਸ ਸਾਮਰਾਜ ਦੇ ਮਾਲਕ ਹੋ, ਤੁਹਾਨੂੰ ਹੁਣ ਤੁਹਾਡੇ ਸਾਮਰਾਜ ਨੂੰ ਬਚਾਉਣ ਲਈ ਤੁਹਾਡੇ ਰਾਜ ਦੇ ਲੋਕਾਂ ਨਾਲ ਰਲ ਕੇ ਇਹਨਾਂ ਅੰਗਰੇਜ਼ਾਂ ਦਾ ਵਿਰੋਧ ਕਰਨਾ ਪਊਗਾ। ਤਾਂ ਉਸ ਸਮੇਂ ਆਪਾਂ ਜੇ ਗੱਲ ਕਰੀਏ ਤਾਂ ਉਹਦਾ ਹੈੱਡ ਕੌਣ ਬਣਿਆ ਜੀ? ਨੋਮੀਨਲ ਹੈੱਡ ਕੌਣ ਹੈ? ਬਰਖਤ ਖਾਨ ਦੁਆਰਾ ਅਨਾਊਂਸ ਕਰਵਾਇਆ ਗਿਆ ਸੀ ਬਹਾਦਰ ਸ਼ਾਹ ਜ਼ਫਰ। ਉਸ ਸਮੇਂ ਇੰਗਲੈਂਡ ਦੀ ਮਹਾਰਾਣੀ ਕੌਣ ਸੀ? ਤਾਂ ਮਹਾਰਾਣੀ ਸੀ ਵਿਕਟੋਰੀਆ। ਇੰਗਲੈਂਡ ਦੇ ਵਿੱਚ ਇੱਕ ਪੱਤਰ ਚੱਲਦਾ ਹੁੰਦਾ ਸੀ, ਟਾਈਮਸ ਆਫ ਲੰਡਨ, ਉਹਨਾਂ ਦੇ ਪੱਤਰਕਾਰ ਸੀਗੇ ਜੀ WH ਰਸੇਲ। ਭਾਰਤ ਦੇ ਵਿੱਚ ਉਸ ਸਮੇਂ ਜਿਹੜੇ ਵਾਇਸਰਾਏ ਬਣੇ ਪਹਿਲਾਂ ਸਾਡੇ ਕੋਲੇ, ਉਹ ਸੀਗੇ ਸਾਡੇ ਲਾਰਡ ਕੈਨਿੰਗ, ਠੀਕ ਹੈ ਜੀ। ਤੇ ਇਸ ਸਮੇਂ ਇੰਗਲੈਂਡ ਦੇ ਪ੍ਰਧਾਨ ਮੰਤਰੀ ਕੌਣ ਸਨ? ਉਹ ਸੀਗੇ ਪਾਮਸਟਨ, ਲੇਬਰ ਪਾਰਟੀ ਦੇ ਸੀਗੇ। ਇਹ ਪੁੱਛੇ ਜਾਂਦੇ ਆਸਪੈਕਟ ਅਸੀਂ ਤੇ ਪੇਪਰ ਦੇ ਵਿੱਚ ਇਹ ਪੁੱਛਿਆ ਜਾਊਗਾ ਕਿ 1857 ਕ੍ਰਾਂਤੀ ਦੇ ਵਿਦਰੋਹ ਦਾ ਨੋਮੀਨਲ ਹੈੱਡ ਕੌਣ ਸੀਗਾ? ਤਾਂ ਬਹਾਦਰ ਸ਼ਾਹ ਜ਼ਫਰ ਜਾਂ ਬਹਾਦਰ ਸ਼ਾਹ ਦੂਜਾ, ਠੀਕ ਹੈ ਜੀ। ਤਾਂ ਇਹਦੇ ਵਿੱਚ ਕੁਐਸਚਨ ਆਉਂਦਾ ਹੁੰਦਾ ਕਿ ਜਦੋਂ ਭਾਰਤ ਦੇ ਵਿੱਚ 1857 ਕ੍ਰਾਂਤੀ ਵਿਦਰੋਹ ਹੋਇਆ ਤਾਂ ਉਦੋਂ ਇੰਗਲੈਂਡ ਦੀ ਮਹਾਰਾਣੀ ਕੌਣ ਸੀ? ਤਾਂ ਮਹਾਰਾਣੀ ਵਿਕਟੋਰੀਆ। ਤੇ ਉਸ ਸਮੇਂ ਇੰਗਲੈਂਡ ਦੇ ਪ੍ਰਧਾਨ ਮੰਤਰੀ ਕੌਣ ਸਨ? ਪਾਮਸਟਨ ਸੀਗੇ, ਲੇਬਰ ਪਾਰਟੀ ਦੇ ਸੀਗੇ। ਇੱਕ ਕਵੀ ਹੋਏ ਆ ਮਿਰਜ਼ਾ ਗਾਲਿਬ। ਮਿਰਜ਼ਾ ਗਾਲਿਬ ਇਹ ਦੱਸਦੇ ਆ ਕਿ ਇਹ ਯੁੱਧ ਜਿਹੜਾ ਹੈਗਾ ਇਹਨਾਂ ਨੇ ਅੱਖੀ ਦੇਖਿਆ ਸੀਗਾ, ਠੀਕ ਹੈ ਜੀ। ਤੇ ਵਿਦਰੋਹ ਦੇ ਚਿੰਨ੍ਹ ਰੱਖੇ ਗਏ ਸੀਗੇ। ਜਿਹੜੇ ਤਾਂ ਸ਼ਹਿਰ ਦੇ ਲੋਕ ਸੀਗੇ ਉਹਨਾਂ ਲਈ ਕਮਲ ਦਾ ਫੁੱਲ ਸੀਗਾ, ਤੇ ਪਿੰਡਾਂ ਦੇ ਲੋਕ ਸੀ ਜਿਹੜੇ ਉਹਨਾਂ ਦੇ ਲਈ ਰੋਟੀ ਸੀਗਾ। ਇੱਥੇ ਇੱਕ ਗੱਲ ਹੋਰ ਤੁਹਾਨੂੰ ਮੈਂ ਦੱਸ ਦਿਆਂ, ਬਹੁਤ ਸਾਰੇ ਲੋਕ ਸੀ ਜਿਹੜੇ ਉਹਨਾਂ ਨੇ ਇਸ ਵਿਦਰੋਹ ਦੇ ਵਿੱਚ ਬਹੁਤ ਜ਼ਿਆਦਾ ਜੋਸ਼ ਨਹੀਂ ਦਿਖਾਇਆ, ਬਹੁਤ ਜ਼ਿਆਦਾ ਉਹਨੂੰ ਆਪਣੇ ਤਰੀਕੇ ਦੇ ਨਾਲ ਪੇਸ਼ ਨਹੀਂ ਕੀਤਾ, ਕਿਉਂਕਿ ਬਹੁਤ ਸਾਰੇ ਲੋਕ ਸੀ ਜਿਹੜੇ ਉਹ ਨਿਊਟਰਲ ਰਹੇ। ਤੇ ਜਿਹੜੇ ਕੁਝ ਪੜ੍ਹੇ ਲਿਖੀ ਆਵਾਮ ਸੀ ਸਾਡੀ, ਉਹ ਵੀ ਨਿਊਟਰਲ ਰਹੀ। ਉਹਨਾਂ ਨੇ ਵੀ ਨਾ ਤਾਂ ਇੱਧਰ ਦੀ ਕੀਤੀ ਨਾ ਉੱਧਰ ਦੀ ਗੱਲ ਕੀਤੀ, ਬਟ ਉਹ ਬਿਲਕੁਲ ਨਿਊਟਰਲ ਰਹੇ। ਕਈ ਕਾਰਨ ਇਹ ਵਿਦਰੋਹ ਦੇ ਫੇਲ ਹੋਣ ਦਾ ਇਹ ਵੀ ਰਿਹਾ ਸਾਡੇ ਦਾ। ਨੈਕਸਟ ਜੀ ਆਪਾਂ ਦੇਖੀਏ 1857 ਕ੍ਰਾਂਤੀ ਵਿਦਰੋਹ ਜਿਹੜਾ ਹੋਇਆ, ਇਹਦੇ 'ਚ ਬਹੁਤ ਇੰਪੋਰਟੈਂਟ ਆਸਪੈਕਟ ਹੈ ਜਿੱਥੇ ਪੁੱਛਿਆ ਜਾਂਦਾ ਹੁੰਦਾ ਕਿ ਕਿਹੜੀ ਕਿਹੜੀ ਸਟੇਟ ਖੇਤਰ ਦੇ ਵਿੱਚ ਹੋਇਆ ਤੇ ਉੱਥੋਂ ਭਾਰਤੀ ਨੇਤਾ ਕੌਣ ਸੀਗਾ। ਬਹੁਤ ਵਾਰ ਟ੍ਰਿਪਲ ਆਪਣੇ ਜਿਹੜਾ SSC ਦਾ ਪੇਪਰ ਹੈਗਾ ਉਹਦੇ 'ਚ PSSB ਦੇ ਪਿੱਛੇ ਕੁਝ ਪੇਪਰ ਹੋਏ ਹੈ, ਉਹਨਾਂ ਦੇ ਵਿੱਚ ਕੁਐਸਚਨ ਮੈਨੂੰ ਦੇਖਣ ਨੂੰ ਮਿਲੇ ਹੈਗੇ, ਬਹੁਤ ਸਾਰੇ ਇੰਪੋਰਟੈਂਟ ਕੁਐਸਚਨ। ਇੱਕ ਅੱਧਾ ਕੁਐਸਚਨ ਇਸ ਸਲਾਈਡਸ ਦੇ ਵਿੱਚੋਂ ਡੈਫੀਨੇਟਲੀ ਹੈ, ਪੈਂਦਾ ਹੀ ਪੈਂਦਾ। ਹੋਏ ਕਿਹੜੇ ਕਿਹੜੇ ਹੈ ਜੀ? ਸਥਾਨ ਸੀ ਦਿੱਲੀ। ਤੇ ਦਿੱਲੀ ਤੋਂ ਕੌਣ ਸੀਗਾ? ਦਿੱਲੀ ਦੇ ਵਿੱਚ ਮੁਗਲ ਸਮਰਾਟ ਸੀਗਾ ਜੀ ਬਹਾਦਰ ਸ਼ਾਹ ਜ਼ਫਰ ਤੇ ਬਰਕਤ ਖਾਨ ਸੀਗੀ। ਤੇ ਦਿੱਲੀ ਤੋਂ ਕੌਣ ਨੇਤਾ ਸੀਗਾ? ਬਹਾਦਰ ਸ਼ਾਹ ਜ਼ਫਰ ਤੇ ਬਰਕਤ ਖਾਨ। ਤੇ ਮੇਰਠ ਤੋਂ ਕੌਣ ਸੀ ਜੀ? ਮੇਰਠ ਤੋਂ ਸੀ ਕਦਮ ਸਿੰਘ। ਕਾਨਪੁਰ ਤੋਂ ਕੌਣ ਸੀ? ਕਾਨਪੁਰ ਤੋਂ ਨਾਨਾ ਸਾਹਿਬ ਸੀਗੇ ਜੀ, ਤਾਤੀਆ ਤੋਪੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ। ਤੇ ਲਖਨਊ ਤੋਂ ਬੇਗਮ ਹਜ਼ਰਤ ਮਹਿਲ। ਆਹ ਯਾਦ ਰੱਖਿਓ ਬੇਟਾ, ਲਖਨਊ ਤੋਂ ਕੌਣ ਸੀਗਾ? ਬੇਗਮ ਹਜ਼ਰਤ ਮਹਿਲ। ਪੇਪਰ ਦੇ ਵਿੱਚ ਇਸ ਤਰ੍ਹਾਂ ਦੇ ਪੁੱਛੇ ਜਾਂਦੇ ਕਿ ਲਖਨਊ ਤੋਂ 1857 ਕ੍ਰਾਂਤੀ ਵਿਦਰੋਹ ਦੇ ਭਾਰਤੀ ਨੇਤਾ ਦਾ ਕੀ ਨਾਮ ਸੀ? ਬੇਗਮ ਹਜ਼ਰਤ ਮਹਿਲ। ਪੈਰਲਰ ਅੰਗਰੇਜ਼ ਹੈ, ਉਹਨਾਂ ਖੇਤਰਾਂ ਦੇ ਵਿੱਚ ਕਿਹੜੇ ਕਿਹੜੇ ਅੰਗਰੇਜ਼ ਸੀਗੇ? ਤਾਂ ਜਿਵੇਂ ਆਪਾਂ ਗੱਲ ਕਰੀਏ ਤਾਂ ਦਿੱਲੀ ਦੇ ਵਿੱਚ ਬਹਾਦਰ ਸ਼ਾਹ ਜ਼ਫਰ ਭਾਰਤੀ ਨੇਤਾ ਸੀਗੇ, ਤੇ ਉਧਰੋਂ ਅੰਗਰੇਜ਼ ਅਫਸਰ ਕੌਣ ਸੀ? ਹਡਸਨ ਸੀਗਾ। ਮੇਰਠ ਦੇ ਵਿੱਚ ਕਦਮ ਸਿੰਘ ਸੀਗਾ, ਤੇ ਅਫਸਰ ਕੌਣ ਹੈ? ਹਡਸਨ ਸੀਗਾ। ਕਾਨਪੁਰ ਦੇ ਵਿੱਚ ਆਪਣੇ ਨਾਨਾ ਸਾਹਿਬ, ਤਾਤੀਆ ਤੋਪੇ ਇਹ ਸੀਗੇ, ਤੇ ਇਧਰੋਂ ਕੌਣ ਸੀਗਾ? ਕੈਪਬਲ ਸੀਗਾ। ਲਖਨਊ ਦੇ ਵਿੱਚ ਬੇਗਮ ਹਜ਼ਰਤ ਮਹਿਲ ਹੈ, ਤੇ ਅੰਗਰੇਜ਼ ਅਫਸਰ ਕੌਣ ਹੈ? ਕੈਪਬਲ ਸੀਗਾ। ਤੋ ਇਸੇ ਤਰ੍ਹਾਂ ਦਾ ਕੁਝ ਹੋਰ ਸੀਗੇ, ਜਿਵੇਂ ਝਾਂਸੀ ਹੈ। ਝਾਂਸੀ ਦੇ ਵਿੱਚੋਂ ਸਾਨੂੰ ਪਤਾ ਲੱਗਿਆ ਵੀ ਮਹਾਰਾਣੀ ਲక్ష్ਮੀ ਬਾਈ ਸੀਗੀ। ਲక్ష్ਮੀ ਬਾਈ ਦਾ ਛੋਟਾ ਨਾਮ ਸੀ ਮਨੀਕਰਨਿਕਾ, ਤਾਂ ਰੀਅਲ ਨੇਮ ਵੀ ਮਨੀਕਰਨਿਕਾ ਸੀਗਾ, ਤੇ ਛੋਟਾ ਨਾਮ ਮਨੂ ਕਹਿੰਦੇ ਸੀ ਉਹਨਾਂ ਨੂੰ। ਝਾਂਸੀ ਦੀ ਰਾਣੀ ਸੀ ਜਿਹੜੀ, ਤਾਂ ਉਧਰੋਂ ਵਿਦਰੋਹ ਕੌਣ ਕਰ ਰਿਹਾ ਹੈਗਾ? ਝਾਂਸੀ ਦੀ ਰਾਣੀ। ਤੇ ਉਧਰੋਂ ਕੌਣ ਸੀ? ਹੋਜ਼ਰੋਜ਼। ਇਲਾਹਾਬਾਦ ਤੋਂ ਕੌਣ ਸੀ ਜੀ? ਲਿਆਕਤ ਅਲੀ। ਇੱਧਰੋਂ ਕੌਣ ਅੰਗਰੇਜ਼ ਕੌਣ ਹੈ? ਕਰਨਲ ਨੀਲ। ਜਗਦੀਸ਼ਪੁਰ, ਇਹ ਰਾਜੇ ਜਗਦੀਸ਼ਪੁਰ ਹੈ ਜਿਹੜਾ ਬਿਹਾਰ ਦੇ ਵਿੱਚ ਪੈਂਦਾ ਹੈ। ਤੇ ਸਾਨੂੰ ਕੁਐਸਚਨ ਦੇ ਵਿੱਚ ਇਹ ਹੁੰਦਾ ਕਿ ਬਿਹਾਰ ਤੋਂ ਭਾਰਤੀ ਨੇਤਾ ਕੌਣ ਸੀਗਾ? ਤਾਂ ਬਿਹਾਰ ਤੋਂ ਭਾਰਤੀ ਨੇਤਾ ਸੀ ਕੁੰਵਰ ਸਿੰਘ। ਤੇ ਅੰਗਰੇਜ਼ ਕੌਣ ਹੈ ਜੀ? ਵਿਲੀਅਮ ਟੇਲਰ। ਬਰੇਲੀ ਤੋਂ ਖਾਨ ਬਹਾਦਰ ਖਾਨ, ਤੇ ਉਧਰੋਂ ਅੰਗਰੇਜ਼ ਅਫਸਰ ਕੌਣ ਸੀ? ਵਿਲੀਅਮ ਟੇਲਰ। ਰਾਜੇ ਇਹਨਾਂ ਨੂੰ ਤੁਸੀਂ ਇੱਕ ਵਾਰ ਦੋ ਵਾਰ ਰਿਪੀਟ ਕਰਕੇ ਦੇਖਿਆ ਜੇ, ਬਹੁਤ ਈਜ਼ੀ ਆ, ਯਾਦ ਹੋ ਜਾਂਦੀ ਹੈ। 1857 ਕ੍ਰਾਂਤੀ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਫੈਜ਼ਾਬਾਦ ਤੋਂ ਮੌਲਵੀ ਅਹਿਮਦ ਉੱਲਾ ਤੇ ਅੰਗਰੇਜ਼ ਸੀਗੇ ਵਿਲੀਅਮ ਟੇਲਰ। ਫਤਿਹਪੁਰ ਤੋਂ ਅਜ਼ੀਮ ਉੱਲਾ ਤੇ ਜਨਰਲ ਰੇਨੇਡ। ਇਹ ਸਾਡੇ ਜਿਹੜੇ ਇੰਪੋਰਟੈਂਟ ਸਥਾਨ ਸੀਗੇ, ਇੱਥੋਂ ਅੰਗਰੇਜ਼ ਜਿਹੜੇ ਸੀਗੇ ਉਹਨਾਂ ਦੇ ਬਾਰੇ ਆਪਾਂ ਪੜ੍ਹਿਆ, ਤੇ ਨਾਲ ਨਾਲ ਜਿਹੜਾ ਭਾਰਤੀ ਲੀਡਰ ਸੀਗੇ ਆਪਾਂ ਉਹਨਾਂ ਬਾਰੇ ਪੜ੍ਹਿਆ। 1857 ਕ੍ਰਾਂਤੀ ਵਿਦਰੋਹ ਦੇ ਅਲੱਗ-ਅਲੱਗ ਨਾਮ ਹੈ, ਵੱਖੋ ਵੱਖਰੇ ਨਾਮ ਦਿੱਤੇ ਗਏ ਆ। ਆਜ਼ਾਦੀ ਦੀ ਪਹਿਲੀ ਲੜਾਈ ਦੀ ਗੱਲ ਕੀਤੀ ਹੈ ਜੀ, ਸੁਤੰਤਰਤਾ ਸਮਾਗਮ, ਜਿਹੜਾ ਪਹਿਲਾ ਸੁਤੰਤਰਤਾ ਸਮਾਗਮ ਦੀ ਗੱਲ ਕਰਦੇ ਆ VD ਸਾਵਰਕਰ।
ਰਾਸ਼ਟਰੀ ਵਿਦਰੋਹ ਕਿਹਾ ਗਿਆ, ਇਹਨੂੰ ਡਿਜ਼ਰਾਈਨੀ ਨੇ ਕਿਹਾ ਸੀਗਾ। ਪੂਰਨ ਸਿਪਾਹੀ ਵਿਦਰੋਹ ਸਰ ਜੌਨ ਲਾਰੈਂਸ ਤੇ ਸੀਲੇ ਨੇ ਗੱਲ ਕੀਤੀ ਸੀ ਜੀ। ਅੰਗਰੇਜ਼ਾਂ ਵਿਰੁੱਧ ਹਿੰਦੂ ਅਤੇ ਮੁਸਲਮਾਨ ਇੱਕ ਸਾਜ਼ਿਸ਼ ਰਚੀ ਗਈ ਹੈ, ਇਹ ਗੱਲ ਕੀਤੀ ਸੀਗੀ ਵਿਲੀਅਮ ਟੇਲਰ ਨੇ। ਇਹ ਕਹਿੰਦੇ ਸੀਗੇ ਜਿਹੜੇ ਅੰਗਰੇਜ਼ਾਂ ਦੇ ਵਿਰੁੱਧ ਹਿੰਦੂ ਤੇ ਮੁਸਲਮਾਨਾਂ ਦੀ ਇੱਕ ਸਾਜ਼ਿਸ਼ ਹੈ ਇਹ, ਠੀਕ ਹੈ ਜੀ। ਤੇ ਬਰਾਬਰਤਾ ਤੇ ਸੱਭਿਆਚਾਰ ਦੇ ਵਿਚਕਾਰ ਯੁੱਧ ਹੈ, ਇਹ ਗੱਲ ਕੀਤੀ ਸੀ T.S. ਹੋਮਸ ਨੇ। ਬਹਾਦਰ ਸ਼ਾਹ ਜ਼ਫਰ ਸੀ ਜਿਹੜੇ ਇਹਨਾਂ ਨੂੰ ਦੇਸ਼ ਨਿਕਾਲਾ ਦਿੱਤਾ ਸੀਗਾ। ਇਹਨਾਂ ਨੂੰ ਆਪਣੇ ਹੁਮਾਯੂੰ ਦੀ ਮਕਬਰੇ ਤੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਰੰਗੂਨ ਭੇਜ ਦਿੱਤਾ ਗਿਆ ਸੀਗਾ। 1862 ਦੇ ਵਿੱਚ ਰੰਗੂਨ ਦੇ ਵਿੱਚ ਇਹਨਾਂ ਦੀ ਮੌਤ ਹੋ ਗਈ ਸੀਗੀ। ਲਾਸਟ ਪੀਟੈਟ ਹੋਇਆ ਪਿਛਲੇ ਸਾਲ ਹੀ ਜਿਹੜਾ ਹੋਇਆ ਪੀਟੈਟ, ਉਸ ਦੇ ਵਿੱਚ ਕੁਐਸਚਨ ਆਇਆ ਸੀਗਾ ਕਿ ਬਹਾਦਰ ਸ਼ਾਹ ਜ਼ਫਰ ਦੀ ਮੌਤ ਕਦੋਂ ਹੋਈ ਸੀਗੀ। ਤਾਂ ਰਾਜੇ ਯਾਦ ਰੱਖਿਓ, ਬਹਾਦਰ ਸ਼ਾਹ ਜ਼ਫਰ ਦੀ ਮੌਤ 1862 ਦੇ ਵਿੱਚ ਹੋਈ ਹੈ। ਕਿੱਥੇ ਹੋਈ ਸੀ? ਰੰਗੂਨ ਹੋਈ ਸੀ। ਬਹਾਦਰ ਸ਼ਾਹ ਜ਼ਫਰ ਨੂੰ ਹੁਮਾਯੂੰ ਦੇ ਮਕਬਰੇ 'ਚੋਂ ਕੈਦ ਕੀਤਾ ਗਿਆ ਸੀਗਾ। ਕੈਦ ਕਰਨ ਤੋਂ ਬਾਅਦ ਰੰਗੂਨ ਭੇਜ ਦਿੱਤਾ ਗਿਆ ਸੀਗਾ। ਤੇ ਭਾਰਤ ਦੇ ਅੰਤਿਮ ਮੁਗਲ ਸਮਰਾਟ ਸੀਗੇ ਬਹਾਦਰ ਸ਼ਾਹ ਜ਼ਫਰ। ਤਾਤੀਆ ਤੋਪੇ ਦਾ ਅਸਲੀ ਨਾਮ ਪੁੱਛਿਆ ਜਾਂਦਾ ਹੁੰਦਾ ਤਾਂ ਰਾਮਚੰਦਰ ਪਾਂਡੂ ਰੰਗ। ਤਾਤੀਆ ਤੋਪੇ ਨੂੰ ਫਾਂਸੀ ਦਿੱਤੀ ਗਈ ਸੀ ਜੀ 18 ਅਪ੍ਰੈਲ 1859 ਦੇ ਵਿੱਚ। ਰਾਣੀ ਲక్ష్ਮੀ ਬਾਈ ਦਾ ਅਸਲੀ ਨਾਮ ਮਨੀਕਰਨਿਕਾ ਮਨੂੰ ਵੀ ਉਹਨਾਂ ਨੂੰ ਕਹਿੰਦੇ ਸੀਗੇ। 1857 ਵਿਦਰੋਹ ਦੇ ਜਿਹੜੇ ਸਿੱਟੇ ਨਿਕਲੇ, ਨਤੀਜੇ ਕੀ ਨਿਕਲੇ ਸੀ 1857 ਵਿਦਰੋਹ ਦੇ? 1857 ਵਿਦਰੋਹ ਦੇ ਨਤੀਜੇ ਲਿਖ ਰਹੇ ਸੀ ਕਿ ਇਸ ਤੋਂ ਬਾਅਦ ਈਸਟ ਇੰਡੀਆ ਕੰਪਨੀ ਉਹਦਾ ਸ਼ਾਸਨ ਖਤਮ ਹੋ ਗਿਆ ਸੀ। ਈਸਟ ਇੰਡੀਆ ਕੰਪਨੀ ਕੀ ਸੀਗੀ? 1600 ਦੇ ਵਿੱਚ ਬ੍ਰਿਟਿਸ਼ ਦੇ ਵਿੱਚ ਇੰਗਲੈਂਡ ਦੇ ਵਿੱਚ ਕੰਪਨੀ ਸਥਾਪਿਤ ਕੀਤੀ ਗਈ ਸੀਗੀ। ਫਿਰ ਉਹ ਕੰਪਨੀ ਭਾਰਤ ਆਉਂਦੀ ਹੈ ਤੇ ਉਹਨੂੰ ਏਕਾਧਿਕਾਰ ਦਿੱਤਾ ਗਿਆ ਸੀਗਾ ਤੇ ਉਹ ਭਾਰਤ ਦੇ ਵਿੱਚ ਆ ਕੇ ਰਾਜ ਕਰਦੀ ਹੈ। ਨਾਲ ਤਾਂ ਉਹ ਇੱਕ ਆਪਣਾ ਸ਼ਾਸਨ ਸਥਾਪਿਤ ਕਰਦੀ ਹੈ, ਨਾਲ ਵਪਾਰ ਕਰਦੀ ਹੈ। ਪਰ ਕੰਪਨੀ ਪੂਰਨ ਤੌਰ 'ਤੇ ਕਰਪਟ ਹੋ ਚੁੱਕੀ ਸੀਗੀ ਤੇ ਉਹ ਕੰਪਨੀ ਦੇ ਹੱਥੋਂ ਪੂਰਨ ਤੌਰ 'ਤੇ ਜਿਹੜਾ ਸ਼ਾਸਨ ਸੀ ਖਤਮ ਹੁੰਦਾ ਜਾ ਰਿਹਾ ਸੀਗਾ। ਫਿਰ ਇੱਕ 1857 ਦਾ ਐਸਾ ਵਿਦਰੋਹ ਆਇਆ, ਇੱਕ ਐਸੀ ਹਨੇਰੀ ਆਈ, ਕੰਪਨੀ ਨੂੰ ਹੂੰਝ ਕੇ ਰੱਖਦਾ ਤੇ ਉਸ ਤੋਂ ਬਾਅਦ ਭਾਰਤ ਦੇ ਉੱਤੇ ਬਿਲਕੁਲ ਭਾਰਤ ਦੇ ਉੱਤੇ ਸਿੱਧਾ ਸ਼ਾਸਨ ਹੋ ਗਿਆ ਕਰੌਨ ਦਾ। ਕਰੌਨ ਤਾਜ ਦਾ। ਤਾਜ ਇੰਗਲੈਂਡ ਤੋਂ ਜਿਹੜੇ ਮਹਾਰਾਜੇ ਮਹਾਰਾਣੀ ਸੀਗੇ ਉਹਨਾਂ ਦੇ ਹੱਥਾਂ ਦੇ ਵਿੱਚ ਸ਼ਾਸਨ ਆ ਗਿਆ। 1 ਨਵੰਬਰ 1858 ਨੂੰ ਇਹ ਸ਼ਾਸਨ ਤਾਜ ਦੇ ਅਧੀਨ ਹੋ ਗਿਆ। ਤਾਜ ਜਿਹੜਾ ਉਹਨਾਂ ਨੇ ਸਿਰ 'ਤੇ ਲਿਆ ਸੀ, ਆਪਾਂ ਉਹਨਾਂ ਨੂੰ ਕੈਪ ਸੀ ਜਿਹੜੀ ਉਹਨਾਂ ਦਾ ਤਾਜ ਮੁਕਟ ਸੀਗਾ, ਉਹ ਤਾਜ ਦੇ ਅਧੀਨ ਅਸੀਂ ਕਰਤਾ, ਠੀਕ ਹੈ ਜੀ। ਇਹ ਸੀ ਸਾਡਾ ਅੱਜ ਦਾ 1857 ਕ੍ਰਾਂਤੀ ਵਿਦਰੋਹ 'ਤੇ ਲੈਕਚਰ ਸੀਗਾ ਜੀ। ਤੁਹਾਨੂੰ ਅੱਛਾ ਲੱਗਿਆ ਤਾਂ ਇਸ ਨੂੰ ਅੱਗੇ ਵੀ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬਹੁਤ ਸਾਰੀਆਂ ਹੋਰ ਇੰਟਰਸਟਿੰਗਸ ਵੀਡੀਓ ਲੈ ਕੇ ਆਵਾਂਗੇ। ਕੋਈ ਸੁਜੈਸ਼ਨਸ ਹੋਵੇ ਤਾਂ ਪਲੀਜ਼ ਉਹ ਵੀ ਜ਼ਰੂਰ ਦਿਓ। ਥੈਂਕ ਯੂ ਜੀ, ਧੰਨਵਾਦ।